ਕੀ ਦਿੱਕਤ ਹੋਈ ਜੀ ਡੀਸੀ ਜਿਹੜੇ ਆਫਿਸ ਵਿੱਚ ਤੁਸੀਂ ਜੌਬ ਕਰਦੇ ਹੋ ਜੀ, ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੁੰਦੀਆਂ, ਲੋਕਾਂ ਦੇ ਹੱਲ ਕਰਨੇ ਹੁੰਦੇ ਸਮੱਸਿਆਵਾਂ ਦੇ, ਤੇ ਅੱਜ ਤੁਹਾਨੂੰ ਸਮੱਸਿਆ ਲੈ ਕੇ ਜਿਹੜਾ ਆ ਮੋਹਾਲੀ ਵਿਖੇ ਆਉਣਾ ਪਿਆ ਜੀ। तकरीबन 4.5 साल हो गए असी समस्यावां सुनाते रहे हैं तो लेकिन सरकार हाँ पक्खी कह के ते साड़ी कोई डिमांड इन्होंने नहीं मनी। इस तरह 23 सब डिवीजन हैगे हैं जिन्हां च नार्म के मुताबिक साढ़े बंदे नहीं हैगे हैं। वो चीज़ असी मंग रहे हैं, ये सारे मन चुके हैं लेकिन उन्होंने लागू नहीं कर रहे हैं। तो बजाय इन्होंने देने की बजाय इन्होंने 127 हैड क्लर्क सीनियर सहायक, 132 बाऊ तो DC ऑफिस दियाँ 6 ब्रांचा ये इन्होंने खत्म कर। ये कहते असी घर घर नौकरी देंगे, इन्होंने घर घर की नौकरी खोण लगे हुए हैं। कार वही है, सिर्फ चेहरा बदलिया गया है। चन्नी भी वही है, चन्नी दे नाल दा टोला भी सारा वही है, वित्त मंत्री जिहड़ा लाया होया वो भी वही है। इन्हां 'च कोई फर्क नहीं लगता सानू, पर असीं संघर्ष होर तिखा करांगे जे साडीआं मंगां ना मनीਆਂ गईਆਂ। ਤੇ ਸਰਕਾਰ ਨੇ ਕਾਂਗੜ ਸਾਹਿਬ ਨੂੰ ਤਾਂ ਹਟਾਤਾ, ਪਰ ਸਾਡੀਆਂ ਮੰਗਾਂ ਉਸ ਤੋਂ ਬਾਅਦ ਵਿੱਚ ਮੰਨ ਲਈਆਂ ਸੀ ਵੀ ਜਿੰਨੇ ਵੀ ਨੋਟੀਫਿਕੇਸ਼ਨ ਆ ਉਹ ਵਿਦਨ ਜਿਹੜੇ 10 ਦਿਨ ਅਸੀਂ ਕਰ ਦਾਂਗੇ, ਪਰ ਉਹ ਟਸ ਤੋਂ ਮਸ ਨਹੀਂ ਹੈ। ਮੈਨੂੰ ਜਾਪਦਾ ਕਿ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਸਰਕਾਰ ਦੀ ਜਿਹੜੀ ਆ ਨੀਤੀ ਆ ਉਹ ਲਾਗੂ ਨਹੀਂ ਕਰਨਾ ਚਾਹੁੰਦੇ। ਪਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਜਾ ਕੇ ਤੁਸੀਂ ਖੁਦ ਚੈੱਕ ਕਰ ਲਿਓ, ਉਹਨਾਂ ਦੇ ਕੋਲ ਕੰਪਿਊਟਰ ਹੀ ਹੈ ਨਹੀਂ ਗੇ। ਜੇ ਕੰਪਿਊਟਰ ਹੈਗਾ ਨਾਲ ਪ੍ਰਿੰਟਰ ਨਹੀਂ ਹੈਗਾ, ਪ੍ਰਿੰਟਰ ਹੈਗਾ ਤਾਂ ਉਹਦਾ ਇੰਟਰਨੈਟ ਨਹੀਂ ਹੈਗਾ। ਤਾਂ ਸੋਈ ਜਿਹੜੇ ਕੋਲ ਉਹਨਾਂ ਕੋਲ ਸਟੇਸ਼ਨਰੀ ਹੈ ਨਹੀਂ। ਸੋਈ ਗੱਲਾਂ ਸਾਰੀਆਂ ਜਿਹੜੀ ਬੇਸਿਕ ਨੀਡਸ ਜਿਹੜੀਆਂ ਸਾਡੀਆਂ ਉਹ ਗਵਰਨਮੈਂਟ ਨੂੰ ਪਹਿਲਾਂ ਪੂਰੀਆਂ ਕਰਨੀਆਂ ਪੈਣਗੀਆਂ। ਇੱਕ ਵਾਤਾਵਰਨ ਜਿਹੜਾ ਕੰਮ ਵਾਲਾ ਜ਼ਰੂਰ ਹੋਣਾ ਚਾਹੀਦਾ ਜੋ ਕਿ ਨਹੀਂ ਬਣਿਆ। ਹਾਂਜੀ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਅਮਨਦੀਪ ਸਿੰਘ ਗੜੀ। ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਸੰਘਰਸ਼ ਜਾਰੀ ਆ। ਦੇਸ਼ ਆਜ਼ਾਦ ਹੋਏ ਨੂੰ ਤਕਰੀਬਨ ਜਿਹੜੇ ਆ 74 ਸਾਲ ਦਾ ਸਮਾਂ ਹੋ ਚੁੱਕਿਆ, ਪਰ ਲਗਾਤਾਰ ਜਿਹੜੇ ਆ ਹਰ ਵਰਗ ਨੂੰ, ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਹਨ, ਉਹਨਾਂ ਨੂੰ ਲਗਾਤਾਰ ਜਿਹੜੇ ਸੰਘਰਸ਼ ਕਰਨੇ ਪੈਂਦੇ ਆ। ਸੋ ਅੱਜ ਜਿਹੜੇ ਆ ਮੋਹਾਲੀ ਵਿਖੇ ਜਿਹੜਾ DC EMPLOYEES ਯੂਨੀਅਨ ਵੱਲੋਂ ਰੈਲੀ ਕੀਤੀ ਜਾ ਰਹੀ ਆ, ਜੋ DC ਆਫਿਸ ਵਿੱਚ ਕੰਮ ਕਰਦੇ। ਸਾਡੇ ਨਾਲ ਜਿਹੜੇ ਮੁਲਾਜ਼ਮ ਵਰਕਰ ਜੁੜੇ ਹੋਏ ਨੇ, ਗੱਲਬਾਤ ਜਾਣਾਂਗੇ ਕੀ ਗੱਲ ਹੋਈ ਆ। ਸਭ ਤੋਂ ਪਹਿਲਾਂ ਸਵਾਗਤ ਆ ਜੀ ਸਾਡੇ ਚੈਨਲ ਉੱਤੇ ਜੀ। थैंक यू जी, थैंक यू वेरी मच। ਕੀ ਦਿੱਕਤ ਹੋਈ ਜੀ DC ਜਿਹੜੇ ਆਫਿਸ ਵਿੱਚ ਤੁਸੀਂ ਜੌਬ ਕਰਦੇ ਹੋ ਜੀ, ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੁੰਦੀਆਂ, ਲੋਕਾਂ ਦੇ ਹੱਲ ਕਰਨੇ ਹੁੰਦੇ ਸਮੱਸਿਆਵਾਂ ਦੇ, ਤੇ ਅੱਜ ਤੁਹਾਨੂੰ ਸਮੱਸਿਆ ਲੈ ਕੇ ਜਿਹੜਾ ਆ ਮੋਹਾਲੀ ਵਿਖੇ ਆਉਣਾ ਪਿਆ ਜੀ। सानू तकरीबन 4.5 साल हो गए असी समस्यावां सुनाते रहे हैं तो लेकिन सरकार हाँ पक्खी कह के ते साड़ी कोई डिमांड इन्होंने नहीं मनी। उन्होंने इस गल का पता कि ये जिहड़े संघर्ष कर रहे हैं ये सरकार वास्ते ते पब्लिक की सेवा वास्ते कर रहे हैं। असी स्टाफ मांग रहे हैं। 1995 के नार्म के मुताबिक डिस्ट्रिक्टां च ते तहसीलों च ते SDM ऑफिस च स्टाफ असी मंगते हैं। इन्होंने पिछे फरवरी च 9 सब डिवीजनां च 95 के नार्म के मुताबिक इन्होंने दे भी दिता है, जिन्हां च साडे रोपड़ जिले का एक मोरिंडा सब डिवीजन शामिल है। फतेहगढ़ साहब के भी एक अद्धे सब डिवीजन हैगे हैं। मोहाली जिहड़ा एड्डा वड्डा शहर है उस सब डिवीजन च बंदे हाले घट है, डेरा बसी घट है। तो इस तरह 23 सब डिवीजन हैगे हैं जिन्हां च नार्म के मुताबिक साढ़े बंदे नहीं हैगे हैं। वो चीज़ असी मंग रहे हैं, ये सारे मन चुके हैं लेकिन उन्होंने लागू नहीं कर रहे हैं। 20 मार्च 2020 च ਰੈਵਨਿਊ ਮਿਨਿਸਟਰ ਨੇ ਸਾਰੀਆਂ ਡਿਮਾਂਡਾਂ ਮੰਨੀਆਂ ਹੋਈਆਂ, ਉਹ ਚਿੱਠੀ ਨਹੀਂ ਜਾਰੀ ਹੋ ਰਹੀ। ਇਹਦੇ ਵਿੱਚ ਤੁਹਾਨੂੰ ਕੀ ਕਾਰਨ ਲੱਗਦਾ ਆ, ਕਿਉਂ ਨਹੀਂ ਜਾਰੀ ਕਰ ਰਹੇ? ਕਿਉਂਕਿ ਤੁਸੀਂ ਉੱਥੇ ਜੌਬ ਕਰਦੇ, ਤੁਹਾਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ, ਉੱਥੇ ਕੀ ਚੀਜ਼ ਦੀ ਲੋੜ ਆ, ਕਿਸ ਚੀਜ਼ ਦੀ ਨਹੀਂ ਲੋੜ ਆ, ਫਿਰ ਵੀ ਤੁਹਾਡੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ? ਇਹ ਸਰਕਾਰ ਜਿਹੜੀ ਹੈ ਨਾ, ਇਹ ਸਰਕਾਰ ਦੀ ਅੜੀ ਹੈ, ਹੋਰ ਕੁਝ ਨਹੀਂ। ਹਾਂ, ਜਿਹੜੀ ਜਾਇਜ਼ ਮੰਗਾਂ ਹੈ ਉਸ ਚੀਜ਼ ਦੀ ਅੜੀ ਹੈ। ਕਿਉਂਕਿ ਜਦੋਂ ਕੋਈ ਸਬ ਡਿਵੀਜ਼ਨ, ਕੋਈ ਜ਼ਿਲ੍ਹਾ ਜਾਂ ਕੋਈ ਤਹਿਸੀਲ ਬਣਾਈ ਜਾਂਦੀ ਹੈ ਤਾਂ ਉਸੇ ਬਾਕਾਇਦੇ ਨੋਟੀਫਿਕੇਸ਼ਨ ਹੁੰਦਾ ਹੈ, ਕਿੰਨੇ DC ਹੋਣਗੇ, ਕਿੰਨੇ ADC ਹੋਣਗੇ, किन्ना स्टाफ होएगा, सारे नोटिफाई होंगे हैं। लेकिन यह है कि ये अपना काम चलाने वास्ते कुछ स्टाफ दे देंगे हैं, बाकी स्टाफ रोक लेंगे हैं। असी इन्हों ये कह रहे हैं कि भाई सानू नार्म के मुताबिक दे दो, तो इन्होंने मन भी लिया। तो बजाय इन्होंने देने की बजाय इन्होंने 127 हैड क्लर्क सीनियर सहायक, 132 बाऊ तो DC ऑफिस दियाँ 6 ब्रांचा ये इन्होंने खत्म कर दी।
ਇਹ ਕਹਿੰਦੇ ਅਸੀਂ ਘਰ ਘਰ ਨੌਕਰੀ ਦਾਂਗੇ। ਇਹਨਾਂ ਨੇ ਘਰ ਘਰ ਦੀ ਨੌਕਰੀ ਖੋਹਣ ਲੱਗੇ ਹੋਏ ਆ। ਵੀਰ ਕੀ ਲੱਗਦਾ ਕਿ ਜਿਹੜਾ ਸੰਘਰਸ਼ ਜਿਹੜਾ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈਗੀ, ਕਿਉਂਕਿ ਜਿਸ ਤਰ੍ਹਾਂ ਗੱਲ ਕਰ ਲਈਏ ਪਹਿਲਾਂ 4.5 ਸਾਲ ਜਿਹੜੇ ਕੈਪਟਨ ਜਿਹੜਾ ਹੈ ਉਹ ਸੱਤਾ ਵਿੱਚ ਰਹਿ ਚੁੱਕੇ ਆ, ਅੰਤ ਹਾਰ ਕੇ ਉਹਨੂੰ ਅਸਤੀਫਾ ਦੇਣਾ ਪੈ ਗਿਆ, ਇੰਨਾ ਜ਼ਿਆਦਾ ਵਿਰੋਧ ਹੋਇਆ ਕਿਉਂਕਿ ਉਹ ਕੋਈ ਵਰਕ ਕਰੇ ਨਹੀਂ ਪਾਇਆ। ਤੇ ਹੁਣ ਜਿਹੜੀ ਚੰਨੀ ਸਰਕਾਰ ਆ, ਉਮੀਦ ਹੈਗੀ ਇਹਨਾਂ ਕੋਲੋਂ ਤੁਹਾਡੇ ਮਸਲੇ ਹੱਲ ਕਰੂਗੇ ਜੀ? ਸਾਰੇ ਅਸੀਂ ਉਮੀਦ ਤਾਂ ਰੱਖਦੇ ਹਾਂ, ਪਰ ਅਸੀਂ ਇਹ ਸੋਚਦੇ ਹਾਂ, ਦੇਖ ਰਹੇ ਹਾਂ ਵੀ ਜਿੱਦਾਂ ਦੇ ਪਹਿਲਾਂ ਸਰਕਾਰ ਸੀਗੀ, ਚੰਨੀ ਸਰਕਾਰ ਉਹੀ ਹੈ, ਸਿਰਫ ਚਿਹਰਾ ਬਦਲਿਆ ਗਿਆ ਏ। ਚੰਨੀ ਵੀ ਉਹੀ ਹੈ, ਚੰਨੀ ਦੇ ਨਾਲ ਦਾ ਟੋਲਾ ਵੀ ਸਾਰਾ ਉਹੀ ਹੈ, ਵਿੱਤ ਮੰਤਰੀ ਜਿਹੜਾ ਲਾਇਆ ਹੋਇਆ ਉਹ ਵੀ ਉਹੀ ਹੈ। ਇਹਨਾਂ 'ਚ ਕੋਈ ਫਰਕ ਨਹੀਂ ਲੱਗਦਾ ਸਾਨੂੰ, ਪਰ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ। ਕੀ ਲੱਗਦਾ ਵੀਰ, ਜਦੋਂ ਆਮ ਲੋਕ ਜਿਹੜੇ ਆ, ਜਿਹੜੇ ਤੁਸੀਂ ਜਿਹੜੇ ਹੈਗੇ, ਤੁਹਾਡਾ ਜਿਹੜਾ ਵਰਗ ਆ, ਉਹਨਾਂ ਨੂੰ ਸੰਘਰਸ਼ ਕਰਨ ਲਈ ਮੋਹਾਲੀ ਆਉਣਾ ਪੈਂਦਾ, ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਜੀ? ਦੇਖੋ ਜੀ, ਤੁਹਾਡੇ ਸਾਹਮਣੇ ਆ ਇਹ ਡੀਸੀ ਦਫ਼ਤਰ ਦੇ ਜਿਹੜੇ ਕੰਮ ਹੈ 4.5 ਸਾਲੇ ਤੋਂ ਲਾਰੇ ਲੱਪਿਆ ਹੀ ਤੇ ਤੰਗ ਆਣ ਕੇ ਅੱਜ ਫੇਰ ਰੈਲੀ ਕਰ ਰਹੇ ਆ। ਸਾਡੀ ਕੋਈ ਮਨਸ਼ਾ ਹੁੰਦੀ ਨਹੀਂ ਕਿ ਅਸੀਂ ਰੈਲੀਆਂ ਕਰੇ ਜਾਂ ਧਰਨੇ ਦਈਏ। ਅਸੀਂ ਜਿਹੜਾ ਦਫ਼ਤਰ 'ਚ ਬੈਠ ਕੇ ਸਰਕਾਰ ਦਾ ਕੰਮ ਕਰਨਾ ਚਾਹੁੰਦੇ ਆ, ਪਰ ਸਰਕਾਰ ਵੱਲੋਂ ਮਜਬੂਰ ਕੀਤਾ ਜਾਂਦਾ ਕਿ ਅਸੀਂ ਰੈਲੀਆਂ ਕਰੀਏ। 4 ਅਗਸਤ ਨੂੰ ਸਾਡੀ ਜਿਹੜੀ ਇੱਕ ਕਾਂਗੜ ਸਾਹਿਬ ਦੇ ਰੈਲੀ ਹੋਈ ਸੀ ਉੱਥੇ, ਤੇ ਸਰਕਾਰ ਨੇ ਕਾਂਗੜ ਸਾਹਿਬ ਨੂੰ ਤਾਂ ਹਟਾਤਾ, ਪਰ ਸਾਡੀਆਂ ਮੰਗਾਂ ਉਹ ਤੋਂ ਬਾਅਦ ਵਿੱਚ ਮੰਨ ਲਈਆਂ ਸੀ ਵੀ ਜਿੰਨੇ ਵੀ ਨੋਟੀਫਿਕੇਸ਼ਨ ਆ ਉਹ ਵਿਦਨ ਜਿਹੜੇ 10 ਦਿਨ ਅਸੀਂ ਕਰ ਦਾਂਗੇ, ਪਰ ਉਹ ਟਸ ਤੋਂ ਮਸ ਨਹੀਂ ਹੈ। ਮੈਨੂੰ ਜਾਪਦਾ ਕਿ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਸਰਕਾਰ ਦੀ ਜਿਹੜੀ ਆ ਨੀਤੀ ਆ ਉਹ ਲਾਗੂ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਿਹੜੇ ਵੱਡੇ ਆਫੀਸਰ ਜਿਹੜੇ ਸੈਕਟਰੀ ਲੈਵਲ ਦੇ ਅਫਸਰ ਆ ਉਹ ਬੇਸਿਕਲੀ ਮੇਨ ਸਰਕਾਰ ਚਲਾਉਂਦੇ ਹੁੰਦੇ ਆ। ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਖੋਟ ਆ ਵੀ ਕਾਂਗਰਸ ਦੀ ਸਰਕਾਰ ਨੂੰ ਜਿਹੜਾ ਵਾ ਧਰਨੇ ਰੈਲੀਆਂ ਦੇ ਵਿੱਚ ਉਲਝਾ ਲਈਏ ਤਾਂ ਕਿ ਕੋਈ ਬਦਲ, ਉਹ ਆਪਣੀ ਕੋਈ ਉਹਨਾਂ ਦੀ ਪੋਲੀਟੀਕਲ ਮਨਸ਼ਾ ਲੱਗਦੀ ਆ। ਤੇ ਵੀਰ ਕੀ ਲੱਗਦਾ ਕਿ ਜਿੱਦਾਂ ਅਸੀਂ ਉੱਧਰ ਵੀ ਜਾ ਕੇ ਆਏ ਆ, ਗਿਣਤੀ ਵੀ ਤੁਹਾਡੀ ਇੰਨੀ ਜ਼ਿਆਦਾ ਹੈ ਨਹੀਂ, ਪਰ ਇੱਕ ਮੁਲਾਜ਼ਮਾਂ ਨੂੰ ਰੋਕਣ ਦੇ ਲਈ ਬੈਰੀਕੇਡਿੰਗ ਵੀ ਬਹੁਤ ਕੀਤੀ ਹੋਈ ਆ, ਪੁਲਿਸ ਪ੍ਰਸ਼ਾਸਨ ਵੀ ਬਹੁਤ ਲਾਇਆ। ਜੇ ਆਪਾਂ ਹੋਰ ਵੀ ਲੋਕਾਂ ਦੇ ਮੁੱਦੇ ਦੇਖ ਲਈ, ਜਿੱਦਾਂ ਕਿਸਾਨਾਂ ਉੱਤੇ ਕੱਲ੍ਹ ਦੀ ਪਰਸੋਂ ਦੀ ਖਬਰ ਆ ਰਹੀ, ਕਿਸਾਨ ਜਿਹੜੇ ਗੱਡੀ ਥੱਲੇ ਦੇ ਕੇ ਮਾਰ ਦਿੱਤੇ ਜਾਂਦੇ ਆ, ਸਰਕਾਰ ਬਾਰੇ ਕਿਸ ਤਰ੍ਹਾਂ ਦਾ ਹੁਣ ਜਿਹੜਾ ਵਿਊ ਬਣ ਰਿਹਾ ਜੀ ਤੁਹਾਡਾ, ਸੈਂਟਰ ਤੇ ਪੰਜਾਬ ਸਰਕਾਰ ਦੋਹਾਂ ਬਾਰੇ ਜੀ? ਦੇਖੋ ਜੀ, ਜਿਹੜੀ ਸੈਂਟਰ ਦੀ ਸਰਕਾਰ ਆ ਉਹ ਤਾਂ ਤੁਹਾਨੂੰ ਪਤਾ ਹੀ ਆ, ਤਾਨਾਸ਼ਾਹੀ ਰਵੱਈਆ ਜਿਹੜਾ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ, ਅਸੀਂ ਵੀ ਬੇਸਿਕਲੀ ਜ਼ਿਮੀਂਦਾਰ ਫੈਮਲੀਆਂ ਨੂੰ ਬਿਲੋਂਗ ਕਰਦੇ ਆ, ਉਹ ਲਗਭਗ 10-11 ਮਹੀਨਿਆਂ ਤੋਂ ਜਿਹੜੇ ਉੱਥੇ ਬੈਠੇ ਹੋਏ ਆ, ਤੇ ਲਗਭਗ 600-700 ਦੇ ਲਗਭਗ ਬੰਦਾ ਮਰ ਵੀ ਗਿਆ ਵਾ, ਜਿਹੜੇ ਸ਼ਹੀਦ ਵੀ ਹੋ ਚੁੱਕੇ ਆ। ਤੋ ਉਹ ਤਾਂ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਸਾਰਿਆਂ ਦੇ ਸਾਹਮਣੇ ਆ। ਬਾਕੀ ਲੋਕਲ ਗਵਰਨਮੈਂਟ ਦੀ ਗੱਲ ਕਰਾਂ, ਪੰਜਾਬ ਸਰਕਾਰ ਦੀ ਗੱਲ ਕਰਾਂ, ਕੈਪਟਨ ਸਾਹਿਬ ਜ਼ਰੂਰ ਗਏ ਆ, ਨਿਜ਼ਾਮ ਥੋੜਾ ਬਹੁਤਾ ਜ਼ਰੂਰ ਬਦਲਿਆ, ਪਰ ਅੱਗੇ ਆਣ ਕੇ ਚੰਨੀ ਸਾਹਿਬ ਵੀ ਗੱਲਾਂ ਬਹੁਤ ਵਧੀਆ ਕਰਦੇ ਨੇ, ਮੁਲਾਜ਼ਮਾਂ ਦੀਆਂ ਕਰਦੇ ਨੇ, ਮੁਲਾਜ਼ਮਾਂ ਦੇ ਹੱਕ ਦੀਆਂ ਕਰਦੇ ਨੇ, ਬੜੇ ਸਾਦੇ ਜੀਵਨ ਦੀਆਂ ਕਰਦੇ ਨੇ, ਪਰ ਅਸਲ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਸਾਹਮਣੇ ਆਈ ਵੀ ਜਿਹੜਾ ਉਹ ਵਾਕਿਆ ਹੀ ਦਿਲੋਂ, ਇੱਕ ਆਪਾਂ ਕਹੀਏ ਦਿਲੋਂ ਆਪਾਂ ਮੁਲਾਜ਼ਮਾਂ ਦੀ, ਹਾਂ ਆਓ ਅਸੀਂ ਉਹਨਾਂ ਦੇ ਬੱਚੇ ਆ, ਉਹ ਕਹਿਣ ਆਓ ਬੱਚੇ ਬੈਠੋ ਆਪਾਂ ਗੱਲ ਕਰੀਏ, ਤੁਸੀਂ ਰੈਲੀ ਧਰਨਾ ਜਿਹੜਾ ਜੀ ਅਸੀਂ ਨੋਟਿਸ ਆ ਜਿਹੜਾ ਧਰਨਾ ਕਰ ਰਹੇ ਆ, ਲਗਭਗ 10 ਦਿਨ ਪਹਿਲਾਂ ਨੋਟਿਸ ਦਿੱਤਾ ਹੋਇਆ ਸਰਕਾਰ ਨੂੰ, ਸੀਐਮ ਸਾਹਿਬ ਨੂੰ, ਸਾਰੇ ਜਿਹੜੇ ਅਫਸਰ ਵੱਡੇ ਆ। ਜੇਕਰ ਨੋਟਿਸ ਆ ਸਾਡੇ ਅਗਾਊਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਵੀ ਆਓ ਪੁੱਤਰੋ, ਆਓ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ, ਕਿਹੜੀ ਤੁਹਾਡੀ ਵੱਡੀ ਗੱਲ ਆ, ਸਾਡੀ ਕੋਈ ਵੱਡੀ ਗੱਲ ਨਹੀਂ। ਦੇਖੋ ਜਿਹੜੇ ਸਟਾਫ ਦੀ ਮੰਗ ਕਰਦੇ ਆ ਉਹ ਸਾਰਿਆਂ ਦਾ ਭਲਾ ਉਹਦੇ 'ਚ, ਜੇ ਦਫ਼ਤਰਾਂ ਦੇ ਵਿੱਚ ਸਟਾਫ ਨਹੀਂ ਹੋਏਗਾ ਤੇ ਕੰਮ ਕਿੱਦਾਂ ਚੱਲੇਗਾ? ਬੰਦਿਆਂ ਨੇ ਕੰਮ ਕਰਨਾ ਜੀ। ਜੇਕਰ ਬੰਦੇ ਆ ਉੱਥੇ ਕੰਪਿਊਟਰ ਨਹੀਂ ਆ, ਅੱਜ ਕੱਲ੍ਹ ਜਿਹੜੀ ਈ ਗਵਰਨੈਂਸ ਚੱਲਦੀ ਆ, ਈ ਸੇਵਾ ਚੱਲਦੀ ਆ, ਈ ਆਫਿਸ ਚੱਲਣ ਡਿਆ, ਉਹ ਸਾਰਾ ਕੰਪਿਊਟਰਾਈਜ਼ ਸਿਸਟਮ ਚੱਲਦਾ ਪਿਆ। ਪਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਜਾ ਕੇ ਤੁਸੀਂ ਖੁਦ ਚੈੱਕ ਕਰ ਲਿਓ, ਉਹਨਾਂ ਦੇ ਕੋਲ ਕੰਪਿਊਟਰ ਹੀ ਹੈ ਨਹੀਂ ਗੇ। ਜੇ ਕੰਪਿਊਟਰ ਹੈਗਾ ਨਾਲ ਪ੍ਰਿੰਟਰ ਨਹੀਂ ਹੈਗਾ, ਪ੍ਰਿੰਟਰ ਹੈਗਾ ਤਾਂ ਉਹਦਾ ਇੰਟਰਨੈਟ ਨਹੀਂ ਹੈਗਾ। ਤਾਂ ਸੋਈ ਜਿਹੜੇ ਕੋਲ ਉਹਨਾਂ ਕੋਲ ਸਟੇਸ਼ਨਰੀ ਹੈ ਨਹੀਂ। ਸੋ ਇਹ ਗੱਲਾਂ ਸਾਰੀਆਂ ਜਿਹੜੀ ਬੇਸਿਕ ਨੀਡਸ ਜਿਹੜੀਆਂ ਸਾਡੀਆਂ ਉਹ ਗਵਰਨਮੈਂਟ ਨੂੰ ਪਹਿਲਾਂ ਪੂਰੀਆਂ ਕਰਨੀਆਂ ਪੈਣਗੀਆਂ। ਇੱਕ ਵਾਤਾਵਰਨ ਜਿਹੜਾ ਕੰਮ ਵਾਲਾ ਜ਼ਰੂਰ ਹੋਣਾ ਚਾਹੀਦਾ ਜੋ ਕਿ ਨਹੀਂ ਬਣਿਆ। ਸਤਿ ਸ਼੍ਰੀ ਅਕਾਲ ਮੈਮ, ਕੀ ਲੱਗਦਾ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਨਾਰਾ ਦਿੱਤਾ ਜਾਂਦਾ ਆ, ਉਹ ਤੁਹਾਨੂੰ ਕਿੰਨਾ ਕੁ ਪੂਰਾ ਹੁੰਦਾ ਲੱਗਦਾ ਹੈ ਜੀ? ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਤਾਂ ਬਹੁਤ ਵਧੀਆ ਸਰਕਾਰ ਨੇ ਦਿੱਤਾ ਆ, ਪਰ ਪੜਾ ਕੇ ਉਹਨੂੰ ਕਰਨਾ ਕੀ ਆ? ਕੁੜੀ ਨੂੰ, ਬੇਟੀ ਨੂੰ ਬਚਾ ਕੇ ਉਹਨੂੰ ਪੜਾ ਕੇ, ਬੇਟੀ ਨੂੰ ਬਚਾ ਕੇ ਤੇ ਬੇਟੀ ਨੂੰ ਪੜਾ ਕੇ ਉਸ ਤੋਂ ਬਾਅਦ ਸਰਕਾਰ ਨੇ ਅੱਗੇ ਉਹਨੂੰ ਬੇਟੀ ਨੂੰ ਕੀ ਦੇਣਾ ਆ? ਇਹ ਤਾਂ ਸਰਕਾਰ ਨੇ ਦੱਸਣਾ ਨਾ, ਬੇਟੀ ਬਚਾ ਵੀ ਲਈ ਪੜਾ ਵੀ ਲਈ, ਹੁਣ ਅੱਗੇ ਜ਼ਿੰਮੇਵਾਰੀ ਸਰਕਾਰ ਦੀ ਹੈ। ਕੀ ਲੱਗਦਾ ਹੁਣ ਜਿਹੜੀ ਸਰਕਾਰ ਆ, ਜਿਹੜੀ ਥੋੜਾ ਸਮਾਂ ਰਹਿ ਗਿਆ ਸਰਕਾਰ ਦਾ, ਇਹਦੇ ਵਿੱਚ ਤੁਹਾਡੇ ਮਸਲਿਆਂ ਦੇ ਹੱਲ ਹੋ ਜੂਗੇ ਜੀ? ਜਦੋਂ ਚੰਨੀ ਸਾਹਿਬ, ਸਾਡੇ ਚਰਨਜੀਤ ਸਿੰਘ ਚੰਨੀ ਮਾਨਯੋਗ ਸਾਡੇ ਸੀਐਮ ਸਾਹਿਬ ਨਵੇਂ ਆਏ, ਸਾਨੂੰ ਬੜੀ ਉਮੀਦਾਂ ਜਾਗੀਆਂ ਸੀਗੀਆਂ ਵੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਸਾਰੇ ਵਰਗ ਨੂੰ ਸੁਣਾਂਗਾ, ਸਾਰਿਆਂ ਦੀਆਂ ਮੰਗਾਂ ਜਿਹੜੀਆਂ ਨਾ ਪੂਰੀਆਂ ਕਰਾਂਗਾ ਜਲਦੀ, ਜੋ ਜਲਦੀ, ਕਿਉਂਕਿ ਇਹਨਾਂ ਕੋਲ ਟਾਈਮ ਬਹੁਤ ਘੱਟ ਹੈ।
ਅਸੀਂ ਬੜੀ ਉਮੀਦ ਜਾਗੀ ਸੀ ਸਾਨੂੰ, ਪਰ ਇੰਨੇ ਦਿਨ ਬੀਤਣ ਤੋਂ ਬਾਅਦ ਇਹਨਾਂ ਦਾ ਆਪਣਾ ਹੀ ਕਲੇਸ਼ ਇੰਨਾ ਵਧਿਆ ਹੋਇਆ ਹੈ। ਇਹਨਾਂ ਨੂੰ ਸਾਨੂੰ ਕੋਈ ਇਨਵੀਟੇਸ਼ਨ ਨਹੀਂ ਦਿੱਤਾ ਹੈਗਾ। ਜਿਵੇਂ ਵੀ ਮੇਰੇ ਪਹਿਲਾਂ ਵੀਰ ਨੇ ਦੱਸਿਆ ਹੈ ਵੀ ਸਾਡੇ ਰਿਟਰਨ ਦੇ ਵਿੱਚ ਆਲਰੇਡੀ ਡਿਮਾਂਡਸ ਸਾਰੀ ਡਿਪਾਰਟਮੈਂਟਸ ਨੂੰ ਜਾ ਚੁੱਕੀਆਂ ਨੇ। ਇਹਨਾਂ ਨੂੰ ਖੁਦ ਸਾਨੂੰ ਮੀਟਿੰਗ ਕਰਨੀ ਚਾਹੀਦੀ ਹੈ ਵੀ ਦੱਸੋ ਤੁਹਾਡੇ ਕੀ ਮੁੱਦੇ ਨੇ। ਇਹ ਮੁੱਦੇ ਜਦ ਕਿ ਹੱਲ ਹੋ ਜਾਣੇ ਚਾਹੀਦੇ ਨੇ। ਕੋਈ ਇਹ ਇੰਨੇ ਜ਼ਿਆਦਾ ਵੱਡੇ ਮੁੱਦੇ ਨੇ, ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਸਾਡੀਆਂ, ਉਹੀ ਨੋਟੀਫਿਕੇਸ਼ਨ ਜਾਰੀ ਕਰਨੇ ਨੇ। ਸਾਨੂੰ ਸਟਾਫ ਚਾਹੀਦਾ ਆ, ਸਾਨੂੰ ਉਹੀ ਮੇਰੇ ਵੀਰ ਨੇ ਦੱਸਿਆ ਸਟੇਸ਼ਨਰੀ ਚਾਹੀਦੀ ਹੈ, ਸਾਨੂੰ ਬੈਠਣ ਲਈ ਪ੍ਰੋਪਰ ਥਾਂ ਚਾਹੀਦੀ ਹੈ। ਬੇਸਿਕ ਨੀਡਸ ਮੁਲਾਜ਼ਮ ਦੀ ਅੱਜ ਪੂਰੀਆਂ ਨਹੀਂ ਹੋ ਰਹੀਆਂ ਹੈਗੀਆਂ, ਜਿਸ ਕਰਕੇ ਗਵਰਨਮੈਂਟ ਨੂੰ ਪ੍ਰੋਬਲਮ, ਸਾਡੇ ਜਿਹੜੇ ਗਵਰਨਮੈਂਟ ਇੰਪਲਾਈ ਸਾਨੂੰ ਪ੍ਰੋਬਲਮ ਆ ਰਹੀ ਹੈ। ਹਾਂਜੀ ਵੀਰ, ਸਰਕਾਰ ਨੂੰ ਆਖਰੀ ਮੇਰਾ ਕੁਐਸਚਨ ਆ, ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ? ਕਿਉਂਕਿ ਦੇਖੋ ਸੱਤਾ ਵਿੱਚ ਬੈਠੇ ਵੀ ਆਪਣੇ ਲੋਕ ਆ, ਆਪਾਂ ਨੇ ਵੋਟਾਂ ਪਾ ਕੇ ਬਣਾਇਆ ਤੇ ਸੜਕਾਂ ਤੇ ਰੋਲ ਰਹੇ ਵੀ ਆਪਣੇ ਲੋਕ ਆ। ਆਖਰੀ ਜਿਹੜਾ ਤੁਸੀਂ ਸਵਾਲ ਆ ਮੇਰਾ, ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ? ਬੜੀ ਸਾਫ਼ ਗੱਲ ਹੈ ਜੀ, ਅਸੀਂ ਸੇਵਾ ਕਰਨੀ ਚਾਹੁੰਦੇ ਆ, ਸਾਡੀ ਡਿਊਟੀ ਸੇਵਾ ਦੀ ਲੱਗੀ ਆ। ਸਾਡਾ ਨਹੀਂ ਮਨ ਕਰਦਾ ਵੀ ਅਸੀਂ ਰੈਲੀਆਂ ਧਰਨੇ ਮੁਜ਼ਾਹਰੇ ਕਰੀਏ। ਅਸੀਂ ਨਾ ਕੋਈ ਹਥਿਆਰਬੰਦ ਫੌਜ ਆ, ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀਆਂ ਕੋਈ ਮੰਗਾਂ ਵੱਡੀਆਂ ਨਹੀਂ, ਨਾ ਕੋਈ ਬਹੁਤੀਆਂ ਫਾਈਨੈਂਸ਼ੀਅਲੀ ਹੈਗੀਆਂ। ਜਿਹੜੀ ਜੇ ਨੌਕਰੀ ਦੀ ਗੱਲ ਕਰਾਂਗੇ ਤਾਂ ਇੱਕ ਆਮ ਬੰਦੇ ਨੂੰ ਨੌਕਰੀ ਮਿਲਣੀ ਆ, ਇੱਕ ਆਮ ਪਰਿਵਾਰ ਦੇ ਬੱਚੇ ਨੂੰ ਨੌਕਰੀ ਮਿਲੇਗੀ, ਸਰਕਾਰ ਦੀ ਵੀ ਵਾਹ ਵਾਹ ਵਾ, ਤਾਂ ਸਾਡਾ ਕੰਮ ਵੀ ਚੱਲ ਪਿਆ। ਠੀਕ ਹੈ ਨਾ ਜੀ। ਤਾਂ ਮੇਰੀ ਸਰਕਾਰ ਨੂੰ ਅਪੀਲ ਆ ਕਿ ਜਲਦੀ ਤੋਂ ਜਲਦੀ, ਤੁਹਾਡੇ ਕੋਲ ਸਮਾਂ ਵੀ ਘੱਟ ਆ, ਤੁਰੰਤ ਜਿਹੜੇ ਵੀ ਸਾਡੇ ਲੀਡਰ ਆ ਉਹਨਾਂ ਨੂੰ ਬਿਠਾ ਕੇ ਗੱਲ ਕਰਨ, ਗੱਲ ਕਰਕੇ ਜਿਹੜੀਆਂ ਵੀ ਮੰਗਾਂ ਉਹਨਾਂ ਦਾ ਹੱਲ ਕਰਕੇ ਨਾਲ ਦੀ ਨਾਲ ਸਾਡੇ ਨਾਲ ਬੈਠ ਕੇ ਗੱਲ ਕਰਨ, ਸਾਨੂੰ ਬੈਠ ਕੇ ਕਹਿਣ ਵੀ ਆਹ ਕਾਕੇ ਨਹੀਂ ਕਰ ਸਕਦੇ, ਆਪਾਂ ਗੱਲ ਸੁਣ ਲਾਂਗੇ। ਪਰ ਐਟਲੀਸਟ ਗਲਤ ਕੋਈ ਹੋਵੇ ਨਾ, ਜਿਹੜੀ ਗੱਲ ਮੰਨ ਜਾਂਦੇ ਆ ਫਿਰ ਗੱਲਾਂ ਮੰਨ ਵੀ ਲੈਂਦੇ ਆ, ਮੰਨ ਕੇ ਮੁੱਕਰ ਜਾਂਦੇ ਆ। ਇਹ ਗੱਲ ਨਹੀਂ ਹੋਣਾ ਚਾਹੀਦਾ। ਮੇਰੀ ਚੰਨੀ ਸਾਹਿਬ ਨੂੰ ਅਪੀਲ ਆ, ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ, ਕਿ ਕਿਰਪਾ ਕਰਕੇ ਇਸ ਮੁੱਦੇ 'ਚ ਖੁਦ ਤੁਸੀਂ ਇਨੀਸ਼ੀਏਟਿਵ ਲਵੋ, ਇਨੀਸ਼ੀਏਟਿਵ ਲੈ ਕੇ ਇਹ ਜਿਹੜੀ ਆ ਮੁਲਾਜ਼ਮ ਆ ਇਹਨਾਂ ਨੂੰ ਰਾਹਤ ਦਿਓ, ਤਾਂ ਕਿ ਅਸੀਂ ਸੇਵਾ ਕਰਦੇ ਰਹੀਏ ਔਰ ਅਸੀਂ ਤੁਹਾਡੀ ਜਿਹੜੀ ਸਰਕਾਰ ਆ ਰਿਪੀਟ ਕਰਨ 'ਚ ਫਿਰ ਸਹਾਈ ਹੋਈਏ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਜਿਹੜੇ ਆ ਡੀਸੀ EMPLOYE ਦੇ ਜਿਹੜੇ ਆ ਇੱਥੇ ਕਾਮੇ ਜਿਹੜੇ ਪਹੁੰਚੇ ਹੋਏ ਆ ਮੋਹਾਲੀ ਦੇ ਵਿੱਚ। ਵੈਸੇ ਤਾਂ ਮੈਂ ਬਹੁਤ ਹੀ ਸ਼ਰਮਨਾਕ ਜਿਹੜੀ ਇੱਕ ਗੱਲ ਕਹਿ ਸਕਦਾ ਕਿ ਲੋਕਾਂ ਦੇ ਮਸਲੇ ਸੁਣਨ ਲਈ ਇਹਨਾਂ ਨੂੰ ਉੱਥੇ ਬਿਠਾਇਆ ਕਾਮਿਆਂ ਨੂੰ, ਪਰ ਇਹਨਾਂ ਨੂੰ ਖੁਦ ਆਪਣੇ ਮਸਲੇ ਦੱਸਣ ਲਈ ਮੋਹਾਲੀ ਆ ਰਿਹਾ। ਤੇ ਪ੍ਰਸ਼ਾਸਨ ਦੀ ਇੱਥੋਂ ਬਹੁਤ ਵੱਡੀ ਨਾਕਾਮੀ ਹੈ ਕਿ ਜਦੋਂ ਵੀ ਕੋਈ ਲੋਕ ਜਿਹੜੇ ਆ ਪ੍ਰਸ਼ਾਸਨ ਨੂੰ ਮਿਲਣ ਜਾਂਦੇ ਆ, ਉਹਨਾਂ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਆ ਕਿ ਜਿਸ ਤਰ੍ਹਾਂ ਹੋਰ ਕਿਸੇ ਕੰਟਰੀ ਤੋਂ ਆਏ ਹੁੰਦੇ ਆ। ਸੋ ਸਾਡੇ ਵੀ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਇਹਨਾਂ ਮੁਲਾਜ਼ਮਾਂ ਦੀ ਮੰਗਾਂ ਜ਼ਰੂਰ ਮੰਨਣੀ ਚਾਹੀਦੀ, ਕਿਉਂਕਿ ਅਗਰ ਮੁਲਾਜ਼ਮ ਜਿਹੜੇ ਆ ਉਹ ਸਹੀ ਤਰੀਕੇ ਨਾਲ ਕੰਮ ਕਰੂਗੇ ਤਾਂ ਲੋਕਾਂ ਦੇ ਮੁੱਦੇ ਤਾਂ ਹੀ ਸੋਲਵ ਹੋ ਸਕਦੇ ਆ। ਸੋ ਕੈਮਰਾਮੈਨ ਦੀਪ ਦੇ ਨਾਲ ਅਮਨਦੀਪ ਸਿੰਘ ਗੜੀ।